ਪਿਆਰੇ ਵਿਦਿਆਰਥੀਓ, ਅੱਜ ਦੇ ਸੈਸ਼ਨ ਵਿੱਚ ਮੈਂ ਆਪ ਸਭ ਲਈ 10ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੇ ਅਰਥ ਸ਼ਾਸਤਰ ਭਾਗ ਵਿਚਲੇ ਦੂਸਰੇ ਪਾਠ ਇਨਫਰਾਸਟ੍ਰਕਚਰ ਦਾ ਭਾਗ 3 ਲੈ ਕੇ ਹਾਜ਼ਰ ਹੋਇਆ ਹਾਂ। ਮੈਂ ਹਾਂ ਤੁਹਾਡਾ ਆਪਣਾ ਦਵਿੰਦਰ ਸ਼ਰਮਾ, ਸਮਾਜਿਕ ਵਿਗਿਆਨ ਅਧਿਆਪਕ, ਜ਼ਿਲ੍ਹਾ ਕਪੂਰਥਲਾ ਤੋਂ। ਤਾਂ ਚਲੋ ਬੱਚਿਓ, ਸ਼ੁਰੂ ਕਰਦੇ ਹਾਂ ਅੱਜ ਦਾ ਇਹ ਸੈਸ਼ਨ, ਜਿਸ ਵਿੱਚ ਅਸੀਂ ਉਪਭੋਗਤਾ ਦੇ ਸ਼ੋਸ਼ਣ ਅਤੇ ਸੁਰੱਖਿਆ ਅਤੇ ਗਰੀਬ ਦੀ ਥਾਲੀ ਵਿੱਚ 2 ਟਾਈਮ ਦੀ ਰੋਟੀ ਪਰੋਸਣ ਲਈ ਸਰਕਾਰਾਂ ਦੇ ਯਤਨਾਂ ਬਾਰੇ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਬੱਚਿਓ, ਅਸੀਂ ਉਪਭੋਗਤਾ ਦੇ ਸ਼ੋਸ਼ਣ ਅਤੇ ਉਸ ਦੀ ਪ੍ਰੋਟੈਕਸ਼ਨ, ਉਸ ਦੀ ਸੁਰੱਖਿਆ ਬਾਰੇ ਪੜ੍ਹਦੇ ਹਾਂ। ਵਿਦਿਆਰਥੀਓ, ਅੱਜ ਦਾ ਯੁੱਗ ਉਪਭੋਗਤਾਵਾਂ ਦਾ ਯੁੱਗ ਹੈ, ਖਰੀਦਦਾਰਾਂ ਦਾ ਯੁੱਗ ਹੈ ਅਤੇ ਉਪਭੋਗਤਾਵਾਂ ਦੇ ਉਪਯੋਗ ਅਤੇ ਸਹੂਲਤਾਂ ਲਈ ਰੋਜ਼ਾਨਾ ਹੀ ਨਵੇਂ-ਨਵੇਂ ਪਦਾਰਥਾਂ ਦੀ ਪੂਰਤੀ ਕੀਤੀ ਜਾ ਰਹੀ ਹੈ। ਨਵੇਂ-ਨਵੇਂ ਪਦਾਰਥ ਮਾਰਕੀਟ ਵਿੱਚ ਆ ਰਹੇ ਹਨ। ਜਿਵੇਂ ਅਸੀਂ ਗੱਲ ਕਰਦੇ ਹਾਂ ਤਾਂ ਇਸ ਵਿੱਚ ਖਾਣ ਪੀਣ ਵਾਲੇ ਪਦਾਰਥ, ਫੈਸ਼ਨ ਦੇ ਰੂਪ ਵਿੱਚ ਕੱਪੜੇ, ਸਜਾਵਟ ਦਾ ਸਮਾਨ, ਘਰੇਲੂ ਉਪਕਰਨ ਜਿਵੇਂ ਫਰਿੱਜ, ਟੀਵੀ, ਵਾਸ਼ਿੰਗ ਮਸ਼ੀਨ, ਮਾਈਕ੍ਰੋਵੇਵ ਓਵਨ ਅਤੇ ਜਦੋਂ ਯਾਤਾਯਾਤ ਦੀ ਗੱਲ ਕਰਦੇ ਹਾਂ ਤਾਂ ਸਕੂਟਰ, ਮੋਟਰਸਾਈਕਲ, ਕਾਰਾਂ ਤੇ ਮਨੋਰੰਜਨ ਦੇ ਸਾਧਨਾਂ ਵਿੱਚ LED ਟੀਵੀ, ਮੋਬਾਈਲ ਆਦਿ। ਬੱਚਿਓ, ਇਹਨਾਂ ਉੱਪਰ ਲਗਾਤਾਰ ਖੋਜਾਂ ਵੀ ਹੋ ਰਹੀਆਂ ਹਨ ਅਤੇ ਇਹਨਾਂ ਦਾ ਉਤਪਾਦਨ ਵੀ ਹੋ ਰਿਹਾ ਹੈ। ਹਰ ਮਹੀਨੇ ਕੰਪਨੀਆਂ ਨਵਾਂ ਪ੍ਰੋਡਕਟ ਮਾਰਕੀਟ ਦੇ ਵਿੱਚ ਪੇਸ਼ ਕਰ ਰਹੀਆਂ ਹਨ। ਕਹਿਣ ਦਾ ਭਾਵ, ਉਪਭੋਗਤਾਵਾਂ ਤੱਕ ਪਹੁੰਚਾਉਣ ਲਈ, ਇਹਨਾਂ ਵਸਤੂਆਂ ਨੂੰ ਸਾਡੇ ਤੱਕ ਪਹੁੰਚਾਉਣ ਲਈ, ਖਰੀਦਦਾਰਾਂ ਤੱਕ ਪਹੁੰਚਾਉਣ ਲਈ ਵਿਗਿਆਪਨ ਅਤੇ ਪ੍ਰਚਾਰ ਦਾ ਵੱਡੇ ਪੱਧਰ ਤੇ ਪ੍ਰਯੋਗ ਕੀਤਾ ਜਾ ਰਿਹਾ ਹੈ। ਅੱਜ ਦਾ ਉਪਭੋਗਤਾ ਵੀ ਆਕਰਸ਼ਕ ਵਿਗਿਆਪਨ, ਮਸ਼ਹੂਰੀਆਂ, ਐਡਵਰਟਾਈਜ਼ਮੈਂਟ ਅਤੇ ਅਨੇਕਾਂ ਉਤਪਾਦਾਂ ਦੇ ਪ੍ਰਚਾਰ ਦੇ ਆਧਾਰ ਤੇ ਹੀ ਆਪਣੇ ਉਪਭੋਗ ਦੀ ਸਮੱਗਰੀ ਦੀ ਚੋਣ ਕਰਦਾ ਹੈ। ਕਹਿਣ ਦਾ ਭਾਵ, ਆਪਣੀ ਚੀਜ਼ ਵਿਗਿਆਪਨ ਦੇਖ ਕੇ ਉਹ ਪਸੰਦ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਇਸ ਸਬੰਧ ਵਿੱਚ ਬੱਚਿਓ, ਉਸ ਦਾ ਕਈ ਢੰਗਾਂ ਦੇ ਨਾਲ ਸ਼ੋਸ਼ਣ ਵੀ ਕੀਤਾ ਜਾਂਦਾ ਹੈ, ਉਸ ਨੂੰ ਧੋਖਾ ਵੀ ਦਿੱਤਾ ਜਾਂਦਾ ਹੈ, ਉਸ ਨੂੰ ਲੁੱਟਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ। ਖਰੀਦਦਾਰਾਂ ਨੂੰ ਜਾਂ ਉਪਭੋਗਤਾਵਾਂ ਨੂੰ ਇਸ ਤਰ੍ਹਾਂ ਦੇ ਸ਼ੋਸ਼ਣ ਤੋਂ ਬਚਾਉਣ ਲਈ ਉਪਭੋਗਤਾ ਪ੍ਰੋਟੈਕਸ਼ਨ ਦੀ ਵਿਧੀ ਸ਼ੁਰੂ ਕੀਤੀ ਗਈ ਹੈ। ਸੋਚਣਾ ਸ਼ੁਰੂ ਕੀਤਾ ਗਿਆ ਹੈ ਕਿ ਖਰੀਦਦਾਰ ਨੂੰ ਇਸ ਧੋਖੇ ਤੋਂ ਕਿਵੇਂ ਬਚਾਇਆ ਜਾ ਸਕੇ। ਸੋ ਬੱਚਿਓ, ਹੁਣ ਅਸੀਂ ਉਪਭੋਗਤਾ ਦੇ ਸ਼ੋਸ਼ਣ ਦੀ ਗੱਲ ਕਰਦੇ ਹਾਂ, ਉਸ ਨਾਲ ਕੀਤੇ ਜਾਣ ਵਾਲੇ ਧੋਖੇ ਦੀ ਗੱਲ ਕਰਦੇ ਹਾਂ। ਅੱਜ ਦੀ ਭਾਰਤੀ ਅਰਥ ਵਿਵਸਥਾ ਵਿੱਚ ਉਪਭੋਗਤਾ ਉਲਝਿਆ ਹੋਇਆ ਅਤੇ ਅਸੰਗਠਿਤ ਵਿਅਕਤੀ ਹੈ। ਉਹ ਅਨਆਰਗੇਨਾਈਜ਼ਡ ਹੈ, ਉਹ ਕਨਫਿਊਜ਼ਡ ਵੀ ਹੈ। ਜਿਹੜੇ ਵਪਾਰੀ ਵਰਗ ਹਨ, ਜੋ ਵਪਾਰੀ ਲੋਕ ਹਨ, ਉਹਨਾਂ ਵੱਲੋਂ ਉਪਭੋਗਤਾਵਾਂ ਦਾ ਸ਼ੋਸ਼ਣ ਕਰਨ ਲਈ ਵਿਆਪਕ ਯਤਨ ਕੀਤੇ ਜਾ ਰਹੇ ਹਨ। ਬੱਚਿਓ, ਪਲੈਨਿੰਗ ਕਰਕੇ ਸਾਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਵਿੱਚ ਅਸੀਂ ਕੀ ਦੇਖਦੇ ਹਾਂ ਕਿ ਮਿਲਾਵਟ ਕੀਤੀ ਜਾ ਰਹੀ ਹੈ। ਵਸਤੂਆਂ ਦੇ ਪੈਕਟਾਂ ਵਿੱਚ ਘਟੀਆ ਕਿਸਮ ਦਾ ਮਾਲ ਵੀ ਪਾਇਆ ਜਾ ਰਿਹਾ ਹੈ। ਧੋਖੇ ਵਾਲੇ ਜਾਂ ਘੱਟ ਵਜਨ ਵਾਲੇ ਜਿਹੜੇ ਵੱਟੇ ਹਨ, ਉਹਨਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਅਤੇ ਸਭ ਤੋਂ ਵੱਧ ਬੱਚਿਓ, ਗੁੰਮਰਾਹ ਕਰਨ ਵਾਲੇ, ਝੂਠੇ ਜਾਂ ਬੇਈਮਾਨੀ ਵਾਲੇ ਜੋ ਹਨ, ਮਸ਼ਹੂਰੀਆਂ, ਵਿਗਿਆਪਨ ਅਤੇ ਅਣਉਚਿਤ ਏਕਾਧਿਕਾਰ ਅਤੇ ਪ੍ਰਤੀਬੰਧਿਤ ਵਪਾਰ ਵਰਗੀਆਂ ਕਿਰਿਆਵਾਂ ਕੀਤੀਆਂ ਜਾ ਰਹੀਆਂ ਹਨ। ਸਾਨੂੰ ਝੂਠੀਆਂ ਮਸ਼ਹੂਰੀਆਂ ਦੇ ਕੇ, ਵਿਗਿਆਪਨ ਦੇ ਕੇ ਫਸਾਇਆ ਜਾ ਰਿਹਾ ਹੈ, ਜਿਨ੍ਹਾਂ ਰਾਹੀਂ ਉਪਭੋਗਤਾਵਾਂ ਦਾ ਕਾਫੀ ਹੱਦ ਤੱਕ ਸ਼ੋਸ਼ਣ ਕੀਤਾ ਜਾਂਦਾ ਹੈ। ਫਰਿੱਜ, ਟੈਲੀਵਿਜ਼ਨ, AC, ਕੱਪੜੇ ਧੋਣ ਵਾਲੀ ਮਸ਼ੀਨ, ਯਾਤਾਯਾਤ ਦੇ ਸਾਧਨ, ਜਿਵੇਂ ਕੁਝ ਟਿਕਾਊ ਪਦਾਰਥਾਂ ਦੀ ਗਾਰੰਟੀ ਅਤੇ ਵਾਰੰਟੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਜਦੋਂ ਉਹ ਵਿਕ ਜਾਂਦੇ ਹਨ, ਉਸ ਪਿੱਛੋਂ ਮੁਫਤ ਮੁਰੰਮਤ ਦੀ ਵੀ ਇੱਕ ਪਰਿਕਲਪਨਾ ਦਿਖਾਈ ਜਾਂਦੀ ਹੈ, ਸੁਪਨਾ ਦਿਖਾਇਆ ਜਾਂਦਾ ਹੈ। ਅਤੇ ਇਹ ਜਿਹੜਾ ਵਪਾਰੀ ਵਰਗ ਹੈ, ਚੀਜ਼ ਵੇਚਣ ਤੋਂ ਬਾਅਦ ਆਪਣੇ ਵਾਅਦਿਆਂ ਅਤੇ ਆਪਣੀਆਂ ਗਰੰਟੀਆਂ ਦੀ ਪਰਵਾਹ ਤੱਕ ਨਹੀਂ ਕਰਦਾ, ਬਲਕਿ ਆਪਣੀ ਜ਼ਿੰਮੇਵਾਰੀ ਤੋਂ ਦੂਰ ਹਟਣ ਦਾ ਯਤਨ ਵੀ ਕਰਦਾ ਹੈ। ਸੋ ਬੱਚਿਓ, ਇਸੇ ਕਾਰਨ
ਮਦਰਾਸ ਹਾਈ ਕੋਰਟ ਦੇ ਇੱਕ ਜੱਜ ਸਾਹਿਬਾਨ ਨੇ ਕਿਹਾ ਸੀ। ਉਹ ਕੀ ਕਹਿੰਦੇ ਹਨ ਕਿ ਉਪਭੋਗਤਾਵਾਂ ਨੂੰ ਗੰਦੇ ਰੇਲ ਦੇ ਡੱਬਿਆਂ ਵਿੱਚ ਅਤੇ ਗੰਦੇ ਪਖਾਨਿਆਂ ਦੇ ਵਿੱਚ ਜਾਣ ਲਈ ਵੱਧ ਭਾੜਾ ਦੇਣਾ ਪੈਂਦਾ ਹੈ, ਵੱਧ ਕਿਰਾਇਆ ਦੇਣਾ ਪੈਂਦਾ ਹੈ। ਉਹਨਾਂ ਨੂੰ ਉਸ ਟੈਲੀਫੋਨ ਦਾ ਕਿਰਾਇਆ ਵੀ ਦੇਣਾ ਪੈਂਦਾ ਹੈ ਜੋ ਟੈਲੀਫੋਨ ਉਸ ਨੂੰ ਚੰਗੀ ਤਰ੍ਹਾਂ ਸੇਵਾ ਵੀ ਕਦੇ ਨਹੀਂ ਦੇ ਸਕਦੇ। ਉਸ ਤੋਂ ਬਾਅਦ ਉਹ ਕਹਿੰਦੇ ਹਨ ਕਿ ਉਹਨਾਂ ਨੂੰ ਖਤਰੇ ਭਰੀਆਂ ਸੜਕਾਂ ਉੱਤੇ ਆਪਣੀਆਂ ਮੋਟਰ ਗੱਡੀਆਂ, ਸਾਈਕਲ, ਮੋਟਰਸਾਈਕਲ ਚਲਾਉਣੇ ਪੈਂਦੇ ਹਨ। ਇੱਥੋਂ ਤੱਕ ਕਿ ਪੈਦਲ ਚੱਲਣ ਵਾਲਿਆਂ ਨੂੰ ਪਗਡੰਡੀ ਤੱਕ ਨਹੀਂ ਮਿਲਦੀ। ਡਾਕ ਵੀ ਉਹਨਾਂ ਕੋਲ ਕਦੀ ਠੀਕ ਸਮੇਂ ਸਿਰ ਨਹੀਂ ਪਹੁੰਚਦੀ ਅਤੇ ਉਹਨਾਂ ਨੂੰ ਅਜਿਹਾ ਭੋਜਨ ਖਾਣਾ ਪੈਂਦਾ ਹੈ ਜਿਸ ਵਿੱਚ ਮਿਲਾਵਟ ਕੀਤੀ ਗਈ ਹੁੰਦੀ ਹੈ ਅਤੇ ਉਹਨਾਂ ਨੂੰ ਪ੍ਰਦੂਸ਼ਿਤ ਪਾਣੀ ਅਤੇ ਜ਼ਹਿਰੀਲੀ ਹਵਾ ਦੇ ਵਿੱਚ ਸਾਹ ਲੈਣਾ ਪੈਂਦਾ ਹੈ। ਅਤੇ ਬੱਚਿਓ, ਵਸਤੂਆਂ ਅਤੇ ਸੇਵਾਵਾਂ ਉੱਪਰ ਸਰਕਾਰ ਦਾ ਭਾਵੇਂ ਕਿ ਏਕਾਧਿਕਾਰ ਹੈ, ਪਰ ਇਸ ਦੇ ਬਾਵਜੂਦ ਵੀ ਜ਼ਰੂਰੀ ਵਸਤੂਆਂ ਅਤੇ ਸਰਵਜਨਕ ਸੇਵਾਵਾਂ ਜਿਵੇਂ ਬਿਜਲੀ, ਯਾਤਾਯਾਤ, ਸੰਚਾਰ ਅਤੇ ਬੈਂਕਿੰਗ ਸੇਵਾਵਾਂ ਦੀ ਆਪੂਰਤੀ ਅਜਿਹੇ ਅਣਗਿਣਤ ਉਦਾਹਰਣ ਹਨ ਜੋ ਉਪਭੋਗਤਾਵਾਂ ਦੀ ਦੁੱਖ ਭਰੀ ਕਹਾਣੀ ਨੂੰ ਬਿਆਨ ਕਰਦੇ ਹਨ। ਉਤਪਾਦਕ ਅਤੇ ਵਪਾਰੀ ਵਰਗ ਉਪਭੋਗਤਾਵਾਂ ਦਾ ਕਈ ਢੰਗਾਂ ਦੇ ਨਾਲ ਸ਼ੋਸ਼ਣ ਕਰਦੇ ਹਨ, ਕਈ ਢੰਗਾਂ ਦੇ ਨਾਲ ਉਹਨਾਂ ਨੂੰ ਲੁੱਟਦੇ ਹਨ, ਜਿਵੇਂ ਕਿ ਉਤਪਾਦਨ ਦੇ ਗੁਣਾਂ ਬਾਰੇ ਝੂਠੀਆਂ ਸੂਚਨਾਵਾਂ ਦੇ ਕੇ। ਜਦੋਂ ਉਹ ਮਸ਼ਹੂਰੀਆਂ ਦਿੰਦੇ ਹਨ, ਵਿਗਿਆਪਨ ਦਿੰਦੇ ਹਨ, ਤਾਂ ਉਹ ਆਪਣੀ ਵਸਤੂ ਦੇ ਵਿੱਚ ਜਿਹੜੇ ਗੁਣ ਹਨ ਉਸ ਬਾਰੇ ਝੂਠ ਬੋਲਦੇ ਹਨ, ਜਾਣ ਬੁੱਝ ਕੇ ਉਸ ਦੇ ਫੀਚਰਸ ਜ਼ਿਆਦਾ ਦੱਸਦੇ ਹਨ, ਜਦ ਕਿ ਅਸਲ ਵਿੱਚ ਉਸ ਵਿੱਚ ਫੀਚਰਸ ਘੱਟ ਹੁੰਦੇ ਹਨ। ਮਿਲਾਵਟ ਵੀ ਕਰਦੇ ਹਨ ਅਤੇ ਘੱਟ ਵਜਨ ਵਾਲੇ ਵੱਟੇ ਜਾਂ ਗਲਤ ਵੱਟਿਆਂ ਦੀ ਵਰਤੋਂ ਕਰਦੇ ਹਨ। ਘਟੀਆ ਕਿਸਮ ਦੀਆਂ ਵਸਤੂਆਂ ਦੀ ਪੂਰਤੀ ਕਰਨੀ ਸ਼ੁਰੂ ਕਰ ਦਿੰਦੇ ਹਨ। ਮਾਰਕੀਟ ਵਿੱਚ ਘਟੀਆ ਕਿਸਮ ਦੀਆਂ ਵਸਤੂਆਂ ਨੂੰ ਉਹ ਪੇਸ਼ ਕਰਨਾ ਸ਼ੁਰੂ ਕਰ ਦਿੰਦੇ ਹਨ। ਅਤੇ ਸਭ ਤੋਂ ਵੱਡੀ ਗੱਲ ਬੱਚਿਓ, ਗਾਰੰਟੀ ਦੀਆਂ ਸ਼ਰਤਾਂ ਦਾ ਪਾਲਣ ਨਹੀਂ ਕਰਦੇ। ਚੀਜ਼ ਵੇਚਣ ਵੇਲੇ ਤਾਂ ਕੁਝ ਹੋਰ ਗੱਲਾਂ ਕਰਦੇ ਹਨ, ਪਰ ਚੀਜ਼ ਵਿਕਣ ਤੋਂ ਬਾਅਦ ਉਹ ਕੁਝ ਹੋਰ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ। ਅਤੇ ਲਾਸਟ ਵਿੱਚ ਬੱਚਿਓ, ਐਡਵਾਂਸ ਲੈ ਕੇ ਵੀ ਵਸਤੂ ਦੀ ਸਮੇਂ ਸਿਰ ਉਹ ਪੂਰਤੀ ਨਹੀਂ ਕਰਦੇ। ਜਿਵੇਂ ਅਕਸਰ ਬਿਲਡਰ ਜੋ ਮਕਾਨ ਬਣਾ ਕੇ ਦਿੰਦੇ ਹਨ ਸ਼ਹਿਰਾਂ ਵਿੱਚ, ਉਹ ਕੀ ਕਰਦੇ ਹਨ, ਉਹ ਲੋਕਾਂ ਕੋਲੋਂ ਪੈਸੇ ਤਾਂ ਐਡਵਾਂਸ ਵਿੱਚ ਲੈ ਲੈਂਦੇ ਹਨ, ਪਰ ਉਹਨਾਂ ਨੂੰ ਸਮੇਂ ਸਿਰ ਘਰ ਬਣਾ ਕੇ ਨਹੀਂ ਦਿੰਦੇ। ਸੋ ਬੱਚਿਓ, ਹੁਣ ਅਸੀਂ ਉਪਭੋਗਤਾ ਸੰਰਖਣ ਦਾ ਅਰਥ ਪੜ੍ਹਦੇ ਹਾਂ। ਕੰਜ਼ਿਊਮਰ ਦੀ ਪ੍ਰੋਟੈਕਸ਼ਨ ਸਰਕਾਰ ਕਿਵੇਂ ਕਰ ਸਕਦੀ ਹੈ, ਅਸੀਂ ਇਸ ਬਾਰੇ ਜਾਣਦੇ ਹਾਂ। ਸੋ ਇੱਥੇ ਅਸੀਂ ਕੀ ਪੜ੍ਹਦੇ ਹਾਂ ਕਿ ਉਪਭੋਗਤਾ ਸੰਰਖਣ ਜਾਂ ਪ੍ਰੋਟੈਕਸ਼ਨ ਦਾ ਅਰਥ ਹੈ ਕਿ ਖਰੀਦਦਾਰਾਂ ਦੀ ਉਤਪਾਦਕਾਂ ਦੇ ਗਲਤ ਜਾਂ ਅਣਉਚਿਤ ਵਪਾਰ ਵਿਹਾਰਾਂ ਦੇ ਸਿੱਟੇ ਵਜੋਂ ਹੋਣ ਵਾਲੇ ਸ਼ੋਸ਼ਣ ਤੋਂ ਬਚਾਉਣਾ। ਸਾਦੇ ਸ਼ਬਦਾਂ ਵਿੱਚ ਬੱਚਿਓ, ਸੌਖੇ ਸ਼ਬਦਾਂ ਵਿੱਚ ਇਸ ਦਾ ਅਰਥ ਇਹ ਹੈ ਕਿ ਖਰੀਦਦਾਰਾਂ ਨੂੰ ਝੂਠੇ ਵਪਾਰੀਆਂ ਤੋਂ ਬਚਾਉਣਾ। ਸੋ ਇਸ ਨੂੰ ਬਚਾਉਣ ਨੂੰ ਹੀ ਉਪਭੋਗਤਾ ਸੰਰਖਣ ਜਾਂ ਪ੍ਰੋਟੈਕਸ਼ਨ ਜਾਂ ਸੁਰੱਖਿਆ ਕਿਹਾ ਜਾਂਦਾ ਹੈ। ਸੋ ਸਾਨੂੰ ਬਚਾਉਣ ਦੇ, ਸਾਨੂੰ ਦਾ ਭਾਵ ਉਪਭੋਗਤਾ ਨੂੰ, ਖਰੀਦਦਾਰ ਨੂੰ ਬਚਾਉਣ ਦੇ ਕਿਹੜੇ-ਕਿਹੜੇ ਢੰਗ ਹੋ ਸਕਦੇ ਹਨ ਬੱਚਿਓ, ਹੁਣ ਉਹਨਾਂ ਬਾਰੇ ਜਾਣਦੇ ਹਾਂ। ਕਿ ਭਾਰਤ ਵਿੱਚ ਵੱਡੇ ਉਤਪਾਦਕਾਂ ਅਤੇ ਵਪਾਰੀਆਂ ਤੋਂ ਉਪਭੋਗਤਾਵਾਂ ਨੂੰ, ਭਾਵ ਖਰੀਦਦਾਰਾਂ ਨੂੰ ਅਤੇ ਛੋਟੇ ਉਤਪਾਦਕਾਂ ਨੂੰ ਪ੍ਰੋਟੈਕਸ਼ਨ ਦੇਣ ਲਈ, ਸੁਰੱਖਿਆ ਦੇਣ ਲਈ 1969 ਈਸਵੀ ਵਿੱਚ ਇੱਕ ਅਧਿਕਾਰ ਅਤੇ ਪ੍ਰਤੀਬੰਧਾਤਮਕ ਵਪਾਰ ਵਿਵਹਾਰ ਐਕਟ ਬਣਾਇਆ ਗਿਆ ਸੀ, ਲਾਗੂ ਕੀਤਾ ਗਿਆ ਸੀ। ਇਸ ਕਾਨੂੰਨ ਵਿੱਚ ਏਕਾਧਿਕਾਰ ਅਤੇ ਪ੍ਰਤੀਬੰਧਾਤਮਕ ਵਪਾਰ ਵਿਵਹਾਰ ਆਯੋਗ ਦੀ ਸਥਾਪਨਾ ਵੀ ਕੀਤੀ ਗਈ ਸੀ ਅਤੇ ਇਹ ਆਯੋਗ ਵੱਡੇ ਉਦਯੋਗਾਂ ਦੀਆਂ ਕਈ ਕਿਰਿਆਵਾਂ, ਕਿਹੜੀਆਂ-ਕਿਹੜੀਆਂ ਕਿਰਿਆਵਾਂ, ਜਿਵੇਂ ਕੀਮਤਾਂ ਵਧਾਉਣ ਲਈ ਬਾਜ਼ਾਰ ਵਿੱਚ ਵਸਤੂ ਦੀ ਕਮੀ ਪੈਦਾ ਕਰ ਦੇਣਾ। ਬੱਚਿਓ, ਅਸੀਂ ਅਕਸਰ ਦੇਖਦੇ ਹਾਂ ਕਿ ਜਿਵੇਂ ਭਾਰਤ ਵਿੱਚ ਪਿਆਜ਼ਾਂ ਦੀਆਂ ਕੀਮਤਾਂ ਵਧਦੀਆਂ ਹਨ, ਉਸ ਲਈ ਕੀ ਕੀਤਾ ਜਾਂਦਾ ਹੈ, ਸਾਰੇ ਪਿਆਜ਼ਾਂ ਨੂੰ ਵਪਾਰੀ ਇੱਕ ਥਾਂ ਰੱਖ ਕੇ ਕੰਟਰੋਲ ਕਰ ਲੈਂਦੇ ਹਨ ਅਤੇ ਮਾਰਕੀਟ ਵਿੱਚ ਥੋੜੇ-ਥੋੜੇ ਕਰਕੇ ਦਿੰਦੇ ਹਨ, ਜਿਸ ਕਾਰਨ ਉਹਨਾਂ ਦੀ ਕੀਮਤ ਵੱਧ ਜਾਂਦੀ ਹੈ। ਵਸਤੂਆਂ ਦੀ ਕੁਆਲਿਟੀ ਘਟਾ ਦੇਣਾ, ਕਹਿਣ ਦਾ ਭਾਵ ਉਹਨਾਂ ਦੀ ਕੁਆਲਿਟੀ ਨੂੰ ਮਾੜਾ ਕਰ ਦੇਣਾ, ਪ੍ਰਤੀਯੋਗਤਾ ਨੂੰ ਬੰਦ ਕਰਨਾ ਨੂੰ ਨਿਯੰਤਰਣ ਕਰਦਾ ਹੈ।
ਪ੍ਰਤੀਯੋਗਤਾ ਨੂੰ ਬੰਦ ਕਰਨ ਦਾ ਮਤਲਬ ਹੈ ਕਿ ਕਿਸੇ ਵੀ ਵਸਤੂ ਦਾ ਕੰਟਰੋਲ ਸਿਰਫ ਇੱਕ ਵਿਅਕਤੀ ਦਾ ਹੀ ਹੋਣਾ, ਉਸ ਤੋਂ ਬਾਅਦ ਕੋਈ ਹੋਰ ਵੇਚ ਹੀ ਨਹੀਂ ਸਕਦਾ, ਜਿਸ ਕਾਰਨ ਉਹ ਆਪਣੀ ਮਰਜ਼ੀ ਦੀ ਕੀਮਤ ਫਿਕਸ ਕਰਦਾ ਹੈ। ਅਤੇ ਬੱਚਿਓ ਸਨ 1991 ਵਿੱਚ ਇਸ ਕਾਨੂੰਨ ਵਿੱਚ ਪਰਿਵਰਤਨ ਕਰਕੇ ਵਪਾਰ ਵਿੱਚ ਅਨੁਚਿਤ ਵਿਵਹਾਰ ਉੱਤੇ ਰੋਕ ਲਗਾਉਣ ਲਈ ਇਸ ਨੂੰ ਪਹਿਲਾਂ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ। ਇਸ ਕਾਨੂੰਨ ਦੀ ਇੱਕ ਕਮੀ ਵੀ ਹੈ, ਉਹ ਕੀ ਹੈ ਕਿ ਇਹ ਕਾਨੂੰਨ ਦਰਮਿਆਨੇ ਅਤੇ ਛੋਟੇ ਵਰਗ ਦੇ ਉਦਯੋਗਾਂ ਅਤੇ ਵਪਾਰੀਆਂ ਦੁਆਰਾ ਖਰੀਦਦਾਰਾਂ ਦੇ ਸ਼ੋਸ਼ਣ ਤੋਂ ਸੁਰੱਖਿਆ ਨਹੀਂ ਕਰਦਾ। ਸੋ ਇਹ ਵੱਡਿਆਂ ਤੋਂ ਤਾਂ ਬਚਾ ਲੈਂਦਾ ਹੈ, ਪਰ ਛੋਟਿਆਂ ਤੋਂ ਨਹੀਂ ਕਰਦਾ ਜਾਂ ਦਰਮਿਆਨਿਆਂ ਤੋਂ ਸਾਨੂੰ ਨਹੀਂ ਬਚਾਉਂਦਾ। ਉਪਭੋਗਤਾਵਾਂ ਦਾ ਸਾਰੇ ਪੱਧਰਾਂ ਤੇ ਉਤਪਾਦਕਾਂ ਤੋਂ ਸੁਰੱਖਿਆ ਕਰਨ ਦੇ ਲਈ 1986 ਈਸਵੀ ਵਿੱਚ ਉਪਭੋਗਤਾ ਸੁਰੱਖਣ ਐਕਟ ਪਾਸ ਕੀਤਾ ਗਿਆ ਅਤੇ ਇਹ ਐਕਟ 1987 ਵਿੱਚ ਲਾਗੂ ਵੀ ਕਰ ਦਿੱਤਾ ਗਿਆ। ਇਹ ਕਾਨੂੰਨ ਕੇਂਦਰੀ ਸਰਕਾਰ ਦੁਆਰਾ ਵਿਸ਼ੇਸ਼ ਰੂਪ ਨਾਲ ਮੁਕਤ ਰੱਖੀਆਂ ਗਈਆਂ ਵਸਤੂਆਂ ਅਤੇ ਸੇਵਾਵਾਂ ਨੂੰ ਛੱਡ ਕੇ ਬਾਕੀ ਸਭ ਸੇਵਾਵਾਂ ਅਤੇ ਵਸਤੂਆਂ ਉੱਪਰ ਲਾਗੂ ਹੁੰਦਾ ਹੈ। ਇਸ ਦੇ ਅਧੀਨ ਸਾਰੇ ਸਰਵਜਨਕ, ਨਿੱਜੀ, ਸੰਯੁਕਤ ਅਤੇ ਸਹਿਕਾਰੀ ਖੇਤਰ ਆ ਜਾਂਦੇ ਹਨ। ਸੋ ਬੱਚਿਓ ਇਸ ਵਿੱਚ ਤਕਰੀਬਨ ਸਾਰੇ ਖੇਤਰਾਂ ਨੂੰ ਸ਼ਾਮਲ ਕਰ ਲਿਆ ਗਿਆ ਹੈ। ਇਸ ਵਿੱਚ ਖਰੀਦਦਾਰਾਂ ਦੀਆਂ ਸ਼ਿਕਾਇਤਾਂ ਨੂੰ ਬਹੁਤ ਘੱਟ ਖਰਚ ਉੱਤੇ ਅਤੇ ਜਲਦੀ ਨਿਪਟਾਉਣ ਲਈ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ਤੇ ਉਪਭੋਗਤਾ ਝਗੜੇ ਨਿਵਾਰਣ ਫੋਰਮ ਸਥਾਪਿਤ ਕੀਤੇ ਗਏ ਹਨ। ਬੱਚਿਓ ਇਹਨਾਂ ਨੂੰ ਕੰਜ਼ਿਊਮਰ ਫੋਰਮਸ ਵੀ ਅਸੀਂ ਆਮ ਸ਼ਬਦਾਂ ਵਿੱਚ ਕਹਿੰਦੇ ਹਾਂ। ਇਹਨਾਂ ਦੇ ਨਾਲ ਹੀ ਉਪਭੋਗਤਾਵਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਲਈ ਕੇਂਦਰ ਅਤੇ ਰਾਜਾਂ ਵਿੱਚ ਉਪਭੋਗਤਾ ਸੰਰਖਣ ਪਰਿਸ਼ਦ ਵੀ ਸਥਾਪਿਤ ਕਰਨ ਦੀ ਵਿਵਸਥਾ ਕੀਤੀ ਗਈ ਹੈ। ਉਪਭੋਗਤਾ ਸੁਰੱਖਿਆ ਜਾਂ ਸੰਰਖਣ ਕਾਨੂੰਨ 1986 ਦੀਆਂ ਮੁੱਖ ਵਿਸ਼ੇਸ਼ਤਾਵਾਂ। ਸੋ ਬੱਚਿਓ ਇਸ ਕਾਨੂੰਨ ਦੀਆਂ ਖੂਬੀਆਂ ਕੀ ਹੈ? ਇਸ ਵਿੱਚ ਅਸੀਂ ਸਭ ਤੋਂ ਪਹਿਲਾਂ ਇਸ ਦੇ ਖੇਤਰ ਦੀ ਗੱਲ ਕਰਦੇ ਹਾਂ ਕਿ ਇਸ ਵਿੱਚ ਨਿੱਜੀ ਮਤਲਬ ਪ੍ਰਾਈਵੇਟ, ਸਰਵਜਨਕ ਮੀਨਸ ਸਰਕਾਰੀ ਅਤੇ ਸਹਿਕਾਰੀ ਖੇਤਰ ਦੇ ਸਾਰੇ ਵੇਚਣ ਵਾਲਿਆਂ ਤੇ ਇਹ ਕਾਨੂੰਨ ਲਾਗੂ ਹੁੰਦਾ ਹੈ। ਇਸ ਤੋਂ ਬਾਅਦ ਹੈ ਬੱਚਿਓ ਇਹ ਸਰਲ ਅਤੇ ਸਸਤਾ ਹੱਲ ਹੈ। ਇਹ ਕਾਨੂੰਨ ਉਪਭੋਗਤਾਵਾਂ ਜਾਂ ਖਰੀਦਦਾਰਾਂ ਦੀਆਂ ਸ਼ਿਕਾਇਤਾਂ ਦਾ ਸਰਲ ਅਤੇ ਸਸਤਾ ਹੱਲ ਕਰਦਾ ਹੈ। ਸ਼ਿਕਾਇਤ ਕਰਨ ਵਾਲੇ ਨੂੰ ਕਿਸੇ ਵਕੀਲ ਨੂੰ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਕਿਸੇ ਵਕੀਲ ਨੂੰ ਪੈਸੇ ਦੇਣ ਦੀ ਜ਼ਰੂਰਤ ਨਹੀਂ ਹੁੰਦੀ। ਉਸ ਨੂੰ ਆਪਣੀ ਸ਼ਿਕਾਇਤ ਬਸ ਲਿਖਤੀ ਰੂਪ ਵਿੱਚ ਕਰਨੀ ਹੁੰਦੀ ਹੈ ਅਤੇ ਉਸ ਪਾਰਟੀ ਦਾ, ਉਸ ਬੰਦੇ ਦਾ ਨਾਮ ਅਤੇ ਪਤਾ ਲਿਖਣਾ ਹੁੰਦਾ ਹੈ ਜਿਸ ਨੇ ਉਸ ਨਾਲ ਧੋਖਾ ਕੀਤਾ ਹੁੰਦਾ ਹੈ, ਉਸ ਨੂੰ ਘਟੀਆ ਚੀਜ਼ ਵੇਚੀ ਹੁੰਦੀ ਹੈ, ਉਸ ਨੂੰ ਖਰਾਬ ਚੀਜ਼ ਵੇਚੀ ਹੁੰਦੀ ਹੈ। ਤੇ ਤੀਸਰੇ ਨੰਬਰ ਤੇ ਹੈ ਬੱਚਿਓ 3 ਪੱਧਰੀ ਸ਼ਿਕਾਇਤ ਨਿਵਾਰਣ ਮਸ਼ੀਨਰੀ। ਉਪਭੋਗਤਾਵਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨ ਲਈ ਇਸ ਕਾਨੂੰਨ ਦੇ ਅਨੁਸਾਰ 3 ਪੱਧਰੀ ਅਦਾਲਤਾਂ ਸਥਾਪਿਤ ਕੀਤੀਆਂ ਗਈਆਂ ਹਨ। ਕਿਹੜੀਆਂ-ਕਿਹੜੀਆਂ ਹਨ ਉਹ ਬੱਚਿਓ? ਕਿਹੜੇ ਪੱਧਰ ਹਨ? ਸਭ ਤੋਂ ਪਹਿਲਾਂ ਹੈ ਜ਼ਿਲ੍ਹਾ ਪੱਧਰ ਤੇ, ਜਿਸ ਨੂੰ ਜ਼ਿਲ੍ਹਾ ਫੋਰਮ ਵੀ ਕਿਹਾ ਜਾਂਦਾ ਹੈ। ਔਰ ਬੱਚਿਓ ਇਹ 5 ਲੱਖ ਰੁਪਏ ਤੋਂ ਘੱਟ ਮੁੱਲ ਦੀਆਂ ਸ਼ਿਕਾਇਤਾਂ ਦਾ ਫੈਸਲਾ ਕਰਦੇ ਹਨ। ਜਿਵੇਂ ਜੇਕਰ ਤੁਸੀਂ ਮੋਬਾਈਲ ਦੀ ਕੋਈ ਸ਼ਿਕਾਇਤ ਕਰਨੀ ਹੋਵੇ ਤਾਂ ਬੱਚਿਓ ਅਸੀਂ ਇੱਥੇ ਕਰ ਸਕਦੇ ਹਾਂ, ਕਿਉਂਕਿ ਇਸ ਵਿੱਚ 5 ਲੱਖ ਤੋਂ ਘੱਟ ਜਿਹੜੀ ਵੀ ਚੀਜ਼ ਅਸੀਂ ਲੈਂਦੇ ਹਾਂ ਉਸ ਦੀ ਸ਼ਿਕਾਇਤ ਅਸੀਂ ਜ਼ਿਲ੍ਹਾ ਫੋਰਮ ਤੇ ਕਰ ਸਕਦੇ ਹਾਂ। ਇਸ ਤੋਂ ਬਾਅਦ ਹੈ ਬੱਚਿਓ ਰਾਜ, ਸਟੇਟ ਪੱਧਰ ਤੇ, ਔਰ ਇੱਥੇ 5 ਲੱਖ ਤੋਂ 20 ਲੱਖ ਰੁਪਏ ਤੱਕ ਦੀਆਂ ਸ਼ਿਕਾਇਤਾਂ ਦਾ ਫੈਸਲਾ ਕੀਤਾ ਜਾਂਦਾ ਹੈ। ਅਤੇ ਲਾਸਟ ਤੇ ਰਾਸ਼ਟਰੀ ਆਯੋਗ। ਔਰ ਬੱਚਿਓ ਜੇਕਰ ਕਿਸੇ ਦੀ ਸ਼ਿਕਾਇਤ 20 ਲੱਖ ਰੁਪਏ ਤੋਂ ਜ਼ਿਆਦਾ ਹੋਵੇ ਤਾਂ ਉਹ ਇੱਥੇ ਆਪਣਾ ਸ਼ਿਕਾਇਤ ਕਰ ਸਕਦਾ ਹੈ। ਇੱਥੇ 20 ਲੱਖ ਤੋਂ ਵੱਧ ਸ਼ਿਕਾਇਤਾਂ ਦਾ ਫੈਸਲਾ ਕੀਤਾ ਜਾਂਦਾ ਹੈ। ਹੁਣ ਬੱਚਿਓ ਸ਼ਿਕਾਇਤ ਅਸੀਂ ਕਿਵੇਂ ਕਰ ਸਕਦੇ ਹਾਂ ਕਿ ਉਪਭੋਗਤਾ ਹੇਠ ਲਿਖੀ ਤਰ੍ਹਾਂ ਦੀ ਸ਼ਿਕਾਇਤ ਸੌਦੇ ਦੇ, ਵਸਤੂ ਦੇ ਖਰੀਦਣ ਦੇ 2 ਸਾਲ ਤੱਕ ਕਰ ਸਕਦਾ ਹੈ। ਸੋ ਕਦੋਂ ਕਰ ਸਕਦਾ ਹੈ? ਜੇਕਰ ਉਪਭੋਗਤਾ ਨੂੰ ਵਪਾਰੀ ਦੇ ਕਿਸੇ ਅਨੁਚਿਤ ਵਿਵਹਾਰ ਦੇ ਕਾਰਨ ਹਾਨੀ ਉਠਾਉਣੀ ਪੈਂਦੀ ਹੋਵੇ। ਨੰਬਰ 2 ਬੱਚਿਓ
ਉਸ ਦੇ ਰਾਹੀਂ ਖਰੀਦੀ ਗਈ ਵਸਤੂ ਜਾਂ ਸੇਵਾ ਵਿੱਚ ਕੋਈ ਕਮੀ ਹੋਵੇ, ਕੋਈ ਫਾਲਟ ਹੋਵੇ, ਖਰਾਬ ਚੀਜ਼ ਉਸਨੇ ਵੇਚ ਦਿੱਤੀ ਹੋਵੇ। ਤੇ ਤੀਸਰੇ ਨੰਬਰ ਤੇ ਬੱਚਿਓ, ਜੇਕਰ ਦੁਕਾਨਦਾਰ ਨੇ ਜਾਂ ਵਪਾਰੀ ਨੇ ਸਰਕਾਰ ਵੱਲੋਂ ਜੋ ਕੀਮਤ ਉਸ ਦੀ ਫਿਕਸ ਕੀਤੀ ਹੋਈ ਹੈ ਉਸ ਤੋਂ ਵੱਧ ਕੀਮਤ ਸਾਡੇ ਕੋਲੋਂ ਲੈ ਲਈ ਹੋਵੇ ਤਾਂ ਅਸੀਂ ਉਸ ਦੀ ਸ਼ਿਕਾਇਤ ਕਰ ਸਕਦੇ ਹਾਂ। ਅਤੇ ਬੱਚਿਓ, ਵਸਤੂ ਖਰੀਦਣ ਦੇ 2 ਸਾਲ ਦੇ ਅੰਦਰ ਅੰਦਰ ਅਸੀਂ ਸ਼ਿਕਾਇਤ ਕਰ ਸਕਦੇ ਹਾਂ। ਹੁਣ ਬੱਚਿਓ, ਸਾਨੂੰ ਉਪਭੋਗਤਾ ਦਾ ਕਹਿਣ ਦਾ ਭਾਵ ਖਰੀਦਦਾਰ, ਅਸੀਂ ਲੋਕ, ਸਾਨੂੰ ਸਿੱਖਿਆ ਦੇਣ ਲਈ ਸਰਕਾਰ ਕੀ ਕਰ ਰਹੀ ਹੈ? ਉਪਭੋਗਤਾ ਦੇ ਹਿੱਤਾਂ ਦੀ ਸੁਰੱਖਿਆ ਕਰਨ ਲਈ ਉਹਨਾਂ ਨੂੰ ਇਸ ਬਾਰੇ ਗਿਆਨ ਅਤੇ ਜਾਣਕਾਰੀ ਦੇਣਾ ਵੀ ਬਹੁਤ ਜ਼ਰੂਰੀ ਹੈ। ਐਜੂਕੇਸ਼ਨ ਦੀ ਵੀ ਸਾਨੂੰ ਲੋੜ ਹੈ। ਇਸ ਉਦੇਸ਼ ਦੀ ਪੂਰਤੀ ਲਈ ਹਰ ਸਾਲ ਦੇਸ਼ ਵਿੱਚ 15 ਮਾਰਚ ਤੋਂ 21 ਮਾਰਚ ਤੱਕ ਉਪਭੋਗਤਾ ਹਫ਼ਤਾ ਮਨਾਇਆ ਜਾਂਦਾ ਹੈ। ਕਿਹੜੀ ਡੇਟ ਬੱਚਿਓ? 15 ਮਾਰਚ ਤੋਂ 21 ਮਾਰਚ ਤੱਕ। ਬੱਚਿਓ, ਮੇਰੀਆਂ ਗੱਲਾਂ ਧਿਆਨ ਨਾਲ ਸੁਣਨੀਆਂ ਹਨ ਕਿਉਂਕਿ ਮੈਂ ਇਸ ਸੈਸ਼ਨ ਦੇ ਅਖੀਰ ਵਿੱਚ ਤੁਹਾਡੇ ਕੋਲੋਂ ਕੁਝ ਪ੍ਰਸ਼ਨ ਵੀ ਪੁੱਛਣੇ ਹਨ। ਸੋ 15 ਤੋਂ 21 ਮਾਰਚ ਤੱਕ ਉਪਭੋਗਤਾ ਹਫ਼ਤਾ ਵੀ ਮਨਾਇਆ ਜਾਂਦਾ ਹੈ। ਇਹਨਾਂ ਦਿਨਾਂ ਵਿੱਚ ਬੱਚਿਓ, ਖਰੀਦਦਾਰਾਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਜਾਣਕਾਰੀ ਦੇਣ ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਹੈ। ਅਜਿਹੇ ਮੌਕਿਆਂ ਤੇ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਂਦੀਆਂ ਹਨ, ਗੋਸ਼ਟੀਆਂ ਵੀ ਕੀਤੀਆਂ ਜਾਂਦੀਆਂ ਹਨ ਅਤੇ ਬੱਚਿਓ, ਨੁੱਕੜ ਸਭਾਵਾਂ ਤੱਕ ਦਾ ਆਯੋਜਨ ਕੀਤਾ ਜਾਂਦਾ ਹੈ। ਇਹਨਾਂ ਵਿੱਚ ਦੱਸਿਆ ਜਾਂਦਾ ਹੈ ਕਿ ਉਪਭੋਗਤਾ ਨੂੰ ਮਿਲਾਵਟ, ਘੱਟ ਤੋਲਣ ਵਰਗੀਆਂ ਅਨੁਚਿਤ ਵਪਾਰਕ ਗਤੀਵਿਧੀਆਂ ਬਾਰੇ ਕੀ ਕਰਨਾ ਹੈ, ਉਹ ਕੀ ਕਰ ਸਕਦਾ ਹੈ ਅਤੇ ਉਹਨਾਂ ਨੂੰ ਇਸ ਸਬੰਧ ਵਿੱਚ ਕਿਹੜੀ ਕਾਨੂੰਨੀ ਸੁਵਿਧਾ ਹਾਸਲ ਹੈ। ਇਸ ਸੰਬੰਧੀ ਬੱਚਿਓ, ਖਰੀਦਦਾਰ ਨੂੰ, ਗ੍ਰਾਹਕ ਨੂੰ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਅਤੇ ਮਾਰਚ 1991 ਤੋਂ ਉਪਭੋਗਤਾਵਾਂ ਨੂੰ ਜਾਣਕਾਰੀ ਦੇਣ ਲਈ ਇੱਕ ਤਿਮਾਹੀ ਪੱਤਰਕਾ, ਜਿਸ ਦਾ ਨਾਮ ਹੈ ਉਪਭੋਗਤਾ ਜਾਗਰਣ, ਦਾ ਪ੍ਰਕਾਸ਼ਨ ਵੀ ਕੀਤਾ ਜਾ ਰਿਹਾ ਹੈ। ਅਤੇ ਬੱਚਿਓ, ਆਪਾਂ ਅਕਸਰ ਟੀਵੀ ਤੇ ਦੇਖਦੇ ਹਾਂ ਕਿ ਇੱਕ ਵਿਗਿਆਪਨ ਆਉਂਦਾ ਹੈ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਜਾਗੋ ਗ੍ਰਾਹਕ ਜਾਗੋ। ਬੱਚਿਓ, ਉਹ ਇਹੀ ਚੀਜ਼ ਹੈ। ਸੋ ਕੇਂਦਰੀ ਸਰਕਾਰ ਨੇ ਉਪਭੋਗਤਾਵਾਂ ਨੂੰ ਸੁਰੱਖਿਆ ਦੇਣ ਲਈ ਕੇਂਦਰੀ ਉਪਭੋਗਤਾ ਸੰਰਖਣ ਪਰਿਸ਼ਦ ਦੀ ਸਥਾਪਨਾ ਵੀ ਕੀਤੀ ਹੈ। ਇਸੇ ਤਰ੍ਹਾਂ ਹੀ ਬੱਚਿਓ, ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਰਾਜ ਪੱਧਰ ਤੇ ਵੀ ਰਾਜ ਉਪਭੋਗਤਾ ਸੰਰਖਣ ਪਰਿਸ਼ਦ ਦੀ ਸਥਾਪਨਾ ਕੀਤੀ ਗਈ ਹੈ। ਅਸਲ ਵਿੱਚ ਬੱਚਿਓ, ਉਪਭੋਗਤਾ ਨੂੰ ਦਿੱਤੇ ਜਾਣ ਵਾਲੀ ਸੁਰੱਖਿਆ ਜੋ ਹੈ ਉਸ ਦਾ ਮਹੱਤਵ ਆਰਥਿਕ ਵਿਕਾਸ ਵੱਲ ਮਹੱਤਵਪੂਰਨ ਸੰਕੇਤ ਹੈ। ਕਿਉਂਕਿ ਬੱਚਿਓ, ਜੇਕਰ ਖਰੀਦਦਾਰ ਹੀ ਖੁਸ਼ ਨਹੀਂ ਹੋਏਗਾ, ਜੇਕਰ ਖਰੀਦਦਾਰ ਨਾਲ ਹੀ ਧੋਖਾ ਕੀਤਾ ਜਾਏਗਾ ਤਾਂ ਬੱਚਿਓ ਉਹ ਮੰਗ ਕਿਉਂ ਕਰੇਗਾ? ਅਤੇ ਜਿਸ ਦੇਸ਼ ਵਿੱਚ ਵਸਤੂਆਂ ਦੀ ਮੰਗ ਨਾ ਹੋਵੇ ਜਾਂ ਮੰਗ ਘੱਟ ਹੋਵੇ, ਉਸ ਦੇਸ਼ ਦਾ ਬੱਚਿਓ ਆਰਥਿਕ ਵਿਕਾਸ ਠੀਕ ਢੰਗ ਨਾਲ ਨਹੀਂ ਹੋ ਸਕਦਾ। ਸੋ ਕਿਸੇ ਵੀ ਦੇਸ਼ ਦੀ ਤਰੱਕੀ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਉਸ ਦੇਸ਼ ਵਿੱਚ ਉਪਭੋਗ ਕਿੰਨਾ ਕੁ ਜ਼ਿਆਦਾ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਬੱਚਿਓ, ਹੁਣ ਅਸੀਂ ਕੁਝ ਕੰਜ਼ਿਊਮਰ ਆਰਗੇਨਾਈਜੇਸ਼ਨ ਸੰਗਠਨਾਂ ਦੀ ਗੱਲ ਕਰਾਂਗੇ। ਇਸ ਸਮੇਂ ਭਾਰਤ ਵਿੱਚ 500 ਉਪਭੋਗਤਾ ਸੰਗਠਨ ਹਨ। ਦੇਸ਼ ਵਿੱਚ ਇਹਨਾਂ ਨੇ ਉਪਭੋਗਤਾਵਾਂ ਦੇ ਹਿੱਤਾਂ ਦੀ ਸੁਰੱਖਿਆ ਅਤੇ ਫੈਲਾਅ ਲਈ ਬਹੁਤ ਯੋਗਦਾਨ ਦਿੱਤਾ ਹੈ। ਤੇ ਬੱਚਿਓ, ਕਿਹੜੇ ਹਨ? ਪਹਿਲਾ ਹੈ ਉਪਭੋਗਤਾ ਨਿਰਦੇਸ਼ਨ ਸਮਿਤੀ ਮੁੰਬਈ ਵਿੱਚ ਹੈ। ਦੂਸਰਾ ਕੋਲਕਾਤਾ ਦੇ ਵਿੱਚ ਹੈ ਉਪਭੋਗਤਾ ਐਕਸ਼ਨ ਫੋਰਮ। ਤੀਸਰਾ ਬੱਚਿਓ ਹੈ ਨਾਗਰਿਕ ਫੋਰਮ, ਵਾਇਸ ਨਵੀਂ ਦਿੱਲੀ ਅਤੇ ਮੁੰਬਈ ਗ੍ਰਾਹਕ ਪੰਚਾਇਤ ਪ੍ਰਣਾਲੀ ਆਦਿ। ਸੋ ਬੱਚਿਓ, ਇਹ ਕੁਝ ਆਰਗੇਨਾਈਜੇਸ਼ਨ ਹਨ ਜੋ ਗ੍ਰਾਹਕਾਂ ਦੀਆਂ ਪ੍ਰੋਬਲਮਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਲੋ ਬੱਚਿਓ, ਸਾਡਾ ਅੱਜ ਦਾ ਦੂਸਰਾ ਟੌਪਿਕ ਹੈ ਸਰਵਜਨਕ ਵਿਤਰਣ ਪ੍ਰਣਾਲੀ। ਇਸ ਵਿੱਚ ਅਸੀਂ ਕੀ ਪੜ੍ਹਦੇ ਹਾਂ ਬੱਚਿਓ ਕਿ ਸਾਡੇ ਦੇਸ਼ ਦੀ ਸਰਕਾਰ ਦੇਸ਼ ਦੀ ਗਰੀਬ ਜਨਤਾ ਲਈ ਜੀਵਨ ਦੀਆਂ ਜ਼ਰੂਰੀ ਵਸਤੂਆਂ ਜਿਵੇਂ ਕਣਕ, ਚਾਵਲ, ਚੀਨੀ, ਮਿੱਟੀ ਦਾ ਤੇਲ ਅਤੇ ਕੱਪੜੇ ਨੂੰ ਘੱਟ ਕੀਮਤਾਂ ਉੱਤੇ ਵੰਡਣ ਦੀ ਕੋਸ਼ਿਸ਼ ਕਰਦੀ ਹੈ। ਇਸ ਲਈ ਦੇਸ਼ ਵਿੱਚ ਸਰਵਜਨਕ ਵਿਤਰਣ ਪ੍ਰਣਾਲੀ ਅਪਣਾਈ ਗਈ ਹੈ। ਸੋ ਗਰੀਬਾਂ ਨੂੰ ਘੱਟ ਕੀਮਤ ਤੇ ਚੀਜ਼ਾਂ ਵੇਚੀਆਂ ਜਾਂਦੀਆਂ ਹਨ। ਸਰਵਜਨਕ ਵਿਤਰਣ ਪ੍ਰਣਾਲੀ ਦੁਆਰਾ ਸਰਕਾਰ ਦੇਸ਼ ਦੀ ਜਨਤਾ, ਖਾਸ ਤੌਰ ਤੇ ਗਰੀਬ ਵਰਗ ਨੂੰ
ਠੀਕ ਕੀਮਤਾਂ ਉੱਪਰ, ਉਚਿਤ ਕੀਮਤਾਂ ਉੱਪਰ ਦੁਕਾਨਾਂ ਰਾਹੀਂ ਜੀਵਨ ਦੀਆਂ ਜ਼ਰੂਰੀ ਵਸਤੂਆਂ, ਜਿਨ੍ਹਾਂ ਦੀ ਗੱਲ ਅਸੀਂ ਪਹਿਲਾਂ ਕਰਕੇ ਆਏ ਹਾਂ, ਦਾ ਰਿਆਇਤੀ ਮੁੱਲਾਂ ਤੇ ਨਿਸ਼ਚਿਤ ਮਾਤਰਾ ਵਿੱਚ ਵਿਤਰਣ ਕਰਦੀ ਹੈ। ਹੁਣ ਬੱਚਿਓ ਅਸੀਂ ਦੇਖਦੇ ਹਾਂ ਕਿ ਸਰਵਜਨਕ ਵਿਤਰਣ ਪ੍ਰਣਾਲੀ ਦੀ ਲੋੜ ਕੀ ਪਈ। ਸੋ ਇੱਥੇ ਅਸੀਂ ਕੀ ਦੇਖਦੇ ਹਾਂ ਕਿ ਸਰਵਜਨਕ ਵਿਤਰਣ ਪ੍ਰਣਾਲੀ ਦੀ ਲੋੜ ਇਸ ਲਈ ਮਹਿਸੂਸ ਕੀਤੀ ਗਈ ਕਿਉਂਕਿ ਮੰਗ ਅਤੇ ਪੂਰਤੀ ਦੀਆਂ ਬਾਜ਼ਾਰੀ ਸ਼ਕਤੀਆਂ ਜੀਵਨ ਦੀਆਂ ਜ਼ਰੂਰੀ ਵਸਤੂਆਂ, ਜਿਨ੍ਹਾਂ ਦੀ ਗੱਲ ਅਸੀਂ ਪਹਿਲਾਂ ਕੀਤੀ ਹੈ, ਜਿਵੇਂ ਅਨਾਜ ਹੈ, ਚੀਨੀ ਹੈ, ਮਿੱਟੀ ਦਾ ਤੇਲ ਹੈ, ਕੱਪੜੇ ਆਦਿ ਦਾ ਸਮਾਜਿਕ ਦ੍ਰਿਸ਼ਟੀ ਤੋਂ ਉਚਿਤ ਵਿਤਰਣ ਨਹੀਂ ਕਰ ਸਕੀਆਂ। ਇਸ ਲਈ ਪੂਰਤੀ ਅਤੇ ਮੰਗ ਦੋਨਾਂ ਦੀਆਂ ਪ੍ਰਭਾਵਿਤ ਕਰਨ ਵਾਲੀਆਂ ਸ਼ਕਤੀਆਂ ਹੇਠ ਲਿਖੇ ਕਾਰਨਾਂ ਲਈ ਜ਼ਿੰਮੇਵਾਰ ਹਨ, ਜਿਨ੍ਹਾਂ ਨੂੰ ਬੱਚਿਓ ਅਸੀਂ ਅੱਗੇ ਦੇਖਦੇ ਹਾਂ। ਲਓ ਬੱਚਿਓ, ਪਹਿਲੀ ਹੈ ਘੱਟ ਉਤਪਾਦਨ, ਇਨਐਡਿਕੁਏਟ ਪ੍ਰੋਡਕਸ਼ਨ। ਬੱਚਿਓ, ਭਾਰਤ ਵਿੱਚ ਜੀਵਨ ਦੀਆਂ ਜ਼ਰੂਰੀ ਵਸਤੂਆਂ ਦੀ ਪੂਰਤੀ ਤਿੰਨ ਕਾਰਨਾਂ ਕਰਕੇ ਮੰਗ ਦੀ ਤੁਲਨਾ ਵਿੱਚ ਘੱਟ ਹੈ। ਕਿਹੜੀ? ਪਹਿਲਾਂ ਤਾਂ ਅਸੀਂ ਗੱਲ ਕਰ ਹੀ ਚੁੱਕੇ ਹਾਂ ਕਿ ਉਤਪਾਦਨ ਘੱਟ ਹੋ ਰਿਹਾ ਹੈ। ਇਸ ਤੋਂ ਬਾਅਦ ਬੱਚਿਓ, ਭਾਰਤ ਵਿੱਚ ਉਤਪਾਦਨ ਦੇ ਭੰਡਾਰਾਂ ਅਤੇ ਵਿਕਰੀ ਦੀਆਂ ਸਹੂਲਤਾਂ ਦੀ ਵੀ ਘਾਟ ਹੈ। ਸਾਡੇ ਦੇਸ਼ ਵਿੱਚ ਉਤਪਾਦਨ ਤਾਂ ਹੋ ਜਾਂਦਾ ਹੈ, ਪਰ ਉਸ ਦੀ ਸੰਭਾਲ ਲਈ ਭੰਡਾਰਾਂ ਦੀ ਕਮੀ ਪਾਈ ਜਾਂਦੀ ਹੈ। ਅਤੇ ਸਭ ਤੋਂ ਵੱਡੀ ਗੱਲ ਬੱਚਿਓ, ਜਮਾਖੋਰੀ ਹੈ, ਜਿਸ ਦੇ ਕਾਰਨ ਸੱਟਾ ਅਤੇ ਕਾਲਾ ਬਾਜ਼ਾਰੀ ਜੋ ਹੈ ਉਹ ਵੀ ਭਾਰਤ ਦੀ ਮਾਰਕੀਟ ਵਿੱਚ, ਅਰਥ ਵਿਵਸਥਾ ਵਿੱਚ ਪਾਈਆਂ ਜਾਂਦੀਆਂ ਹਨ। 2 ਨੰਬਰ ਤੇ ਹੈ ਬੱਚਿਓ ਗਰੀਬੀ। ਭਾਰਤ ਵਿੱਚ ਜ਼ਿਆਦਾਤਰ ਉਪਭੋਗਤਾਵਾਂ ਦੇ ਗਰੀਬ ਹੋਣ ਕਰਕੇ ਉਹਨਾਂ ਰਾਹੀਂ ਬਾਜ਼ਾਰੀ ਕੀਮਤਾਂ ਤੇ ਜ਼ਰੂਰੀ ਵਸਤੂਆਂ ਖਰੀਦਣ ਦੀ ਸੰਭਾਵਨਾ ਵੀ ਘਟ ਜਾਂਦੀ ਹੈ, ਜਿਸ ਦੇ ਕਾਰਨ ਭੁੱਖਮਰੀ ਅਤੇ ਕੁਪੋਸ਼ਣ ਜਿਹੀਆਂ ਜੋ ਬੁਰਾਈਆਂ ਹਨ ਉਹ ਵੀ ਸਮਾਜ ਵਿੱਚ ਪੈਦਾ ਹੋਣ ਦੀ ਸੰਭਾਵਨਾ ਹੁੰਦੀ ਹੈ। ਹੁਣ ਬੱਚਿਓ, ਅਸੀਂ ਸਰਵਜਨਕ ਵਿਤਰਣ ਪ੍ਰਣਾਲੀ ਦੇ ਅੰਗਾਂ ਬਾਰੇ ਪੜ੍ਹਦੇ ਹਾਂ। ਇਸ ਵਿੱਚ ਹੈ ਨਿਊਨਤਮ ਕੀਮਤਾਂ ਤੇ ਵਸੂਲੀ, ਘੱਟੋ ਘੱਟ ਕੀਮਤਾਂ ਤੇ ਵਸੂਲੀ। ਸੋ ਬੱਚਿਓ, ਇੱਥੇ ਅਸੀਂ ਕੀ ਦੇਖਦੇ ਹਾਂ ਕਿ ਭਾਰਤ ਦੀ ਸਰਕਾਰ ਖੇਤੀ ਕੀਮਤ ਅਤੇ ਲਾਗਤ ਆਯੋਗ ਦੀਆਂ ਸਿਫਾਰਸ਼ਾਂ ਉੱਤੇ ਕਣਕ, ਚਾਵਲ ਜਾਂ ਦਾਲਾਂ ਆਦਿ ਦੀਆਂ ਕੀਮਤਾਂ ਦਾ ਨਿਰਧਾਰਨ ਕਰਦੀ ਹੈ। ਇਹ ਕੀਮਤਾਂ ਸਰਕਾਰ ਫਿਕਸ ਕਰਦੀ ਹੈ। ਜੇਕਰ ਉਪਜ ਦੀਆਂ ਕੀਮਤਾਂ ਘੱਟ ਹੋ ਜਾਣ ਤਾਂ ਸਰਕਾਰ ਕਿਸਾਨਾਂ ਦੇ ਉਤਪਾਦਨ ਨੂੰ ਨਿਰਧਾਰਿਤ ਕੀਮਤਾਂ ਤੇ ਖੁਦ ਖਰੀਦ ਲੈਂਦੀ ਹੈ। ਇਸ ਕਿਰਿਆ ਨੂੰ ਹੀ ਅਨਾਜ ਦੀ ਵਸੂਲੀ ਕਿਹਾ ਜਾਂਦਾ ਹੈ। ਇਸ ਦਾ ਨਤੀਜਾ ਬੱਚਿਓ ਇਹ ਹੁੰਦਾ ਹੈ ਕਿ ਕਿਸਾਨ ਨੂੰ ਆਪਣੇ ਉਤਪਾਦਨ ਦੀਆਂ ਕੀਮਤਾਂ ਬਾਰੇ ਪੂਰਨ ਵਿਸ਼ਵਾਸ ਰਹਿੰਦਾ ਹੈ ਅਤੇ ਕੀਮਤਾਂ ਦੇ ਘੱਟ ਹੋਣ ਦੇ ਡਰ ਨਾਲ ਉਹ ਉਤਪਾਦਨ ਘੱਟ ਨਹੀਂ ਕਰਦਾ ਜਾਂ ਫਸਲਾਂ ਬੀਜਣੀਆਂ ਬੰਦ ਨਹੀਂ ਕਰਦਾ। ਅਤੇ ਇਸ ਤੋਂ ਬਾਅਦ ਹੈ ਬੱਚਿਓ ਬਫਰ ਸਟਾਕ। ਸੋ ਬਫਰ ਸਟਾਕ ਕੀ ਹੁੰਦਾ ਹੈ? ਸਰਵਜਨਕ ਵਿਤਰਣ ਪ੍ਰਣਾਲੀ ਦਾ ਦੂਜਾ ਢੰਗ ਸਰਕਾਰ ਦੁਆਰਾ ਅਨਾਜ, ਚੀਨੀ ਅਤੇ ਲੋੜੀਂਦੀਆਂ ਵਸਤੂਆਂ ਦਾ ਸਟਾਕ ਰੱਖਣਾ ਹੈ। ਇਸੇ ਸਟਾਕ ਨੂੰ ਬੱਚਿਓ ਬਫਰ ਸਟਾਕ ਕਿਹਾ ਜਾਂਦਾ ਹੈ। ਇਸ ਸਟਾਕ ਦੇ ਸੁਰੱਖਿਅਤ ਭੰਡਾਰਾਂ ਲਈ ਗੋਦਾਮ ਆਦਿ ਦੀ ਕਾਫੀ ਵਿਵਸਥਾ ਕੀਤੀ ਗਈ ਹੈ। ਜਦੋਂ ਅਨਾਜ ਦੀ ਕਮੀ ਹੁੰਦੀ ਹੈ, ਜਦੋਂ ਦੇਸ਼ ਵਿੱਚ ਕਿਸੇ ਤਰ੍ਹਾਂ ਦੀ ਐਮਰਜੈਂਸੀ ਹੁੰਦੀ ਹੈ, ਤਾਂ ਸਰਕਾਰ ਇਸ ਬਫਰ ਸਟਾਕ ਦੀ ਮਦਦ ਦੇ ਨਾਲ ਅਨਾਜ ਦੀ ਪੂਰਤੀ ਕਰ ਦਿੰਦੀ ਹੈ ਅਤੇ ਕੀਮਤਾਂ ਨੂੰ ਵਧਣ ਤੋਂ ਰੋਕ ਲੈਂਦੀ ਹੈ। ਤੇ 3 ਨੰਬਰ ਤੇ ਹੈ ਬੱਚਿਓ ਫੇਅਰ ਪ੍ਰਾਈਸ ਸ਼ਾਪਸ ਜਾਂ ਉਚਿਤ ਮੁੱਲ ਦੀਆਂ ਦੁਕਾਨਾਂ। ਵਿਦਿਆਰਥੀਓ, ਸਰਕਾਰ ਨੇ ਜ਼ਰੂਰੀ ਵਸਤੂਆਂ ਦਾ ਘੱਟ ਕੀਮਤਾਂ ਤੇ ਰਾਸ਼ਨ ਕਾਰਡਾਂ ਦੁਆਰਾ ਵਿਤਰਣ ਕਰਨ ਲਈ ਲਗਭਗ 5 ਲੱਖ ਉਚਿਤ ਕੀਮਤਾਂ ਦੀਆਂ ਦੁਕਾਨਾਂ ਵੀ ਖੋਲ੍ਹੀਆਂ ਹੋਈਆਂ ਹਨ। ਇਨ੍ਹਾਂ ਦੁਕਾਨਾਂ ਉੱਤੇ ਸਰਕਾਰ ਰਾਹੀਂ ਨਿਰਧਾਰਿਤ ਰਿਆਇਤੀ ਕੀਮਤਾਂ ਤੇ ਘੱਟ ਕੀਮਤਾਂ ਤੇ ਜਨਤਾ ਨੂੰ ਮਿਲਣ ਵਾਲੇ ਸਮਾਨ ਦਾ ਕੋਟਾ ਵੀ ਨਿਰਧਾਰਿਤ ਕੀਤਾ ਗਿਆ ਹੈ, ਭਾਵ ਰਾਸ਼ਨਿੰਗ ਕਰ ਦਿੱਤੀ ਗਈ ਹੈ। ਅਤੇ ਇਹਨਾਂ ਦੁਕਾਨਾਂ ਤੇ ਚੀਨੀ, ਮਿੱਟੀ ਦਾ ਤੇਲ, ਕੋਇਲਾ, ਕੱਪੜੇ ਆਦਿ ਦਾ ਵਿਤਰਣ ਵੀ ਕੀਤਾ ਜਾਂਦਾ ਹੈ, ਅਨਾਜ ਵੀ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਬੱਚਿਓ ਹਰੇਕ ਉਚਿਤ ਦੁਕਾਨ ਜੋ ਹੈ ਉਹ 2000 ਤੱਕ ਦੀ ਜਨਸੰਖਿਆ ਦੀ ਸੇਵਾ ਲਈ ਹੁੰਦੀ ਹੈ। ਪਹਾੜੀ ਅਤੇ ਸੁੱਕੇ ਖੇਤਰਾਂ ਦੀ ਆਬਾਦੀ ਵਾਸਤੇ ਚਾਹ, ਸਾਬਣ, ਦਾਲਾਂ ਅਤੇ ਆਇਓਡਾਈਜ਼ਡ ਨਮਕ ਵਰਗੀਆਂ ਵਸਤੂਆਂ ਦਾ ਵੀ ਵਿਤਰਣ ਕੀਤਾ ਜਾਂਦਾ ਹੈ। ਇਸ ਨੂੰ ਸੰਬੋਧਿਤ ਸਰਵਜਨਕ ਵਿਤਰਣ ਪ੍ਰਣਾਲੀ ਕਿਹਾ ਜਾਂਦਾ ਹੈ। ਇਸ ਪ੍ਰਣਾਲੀ ਦੇ ਅਧੀਨ ਭਾਰਤੀ ਖਾद्य ਨਿਗਮ ਦੁਆਰਾ ਭਿੰਨ-ਭਿੰਨ ਰਾਜਾਂ ਅਤੇ ਕੇਂਦਰ ਅਧੀਨ ਪ੍ਰਦੇਸ਼ਾਂ ਨੂੰ ਵਿਸ਼ੇਸ਼ ਰਿਆਇਤੀ ਦਰਾਂ ਤੇ ਅਨਾਜ ਦੀ ਪੂਰਤੀ ਕੀਤੀ ਜਾਂਦੀ ਹੈ।
ਇਸ ਸਰਵਜਨਕ ਵਿਤਰਣ ਪ੍ਰਣਾਲੀ ਅਧੀਨ ਨਿਰਧਾਰਤ ਮੁੱਲ ਤੋਂ 50% ਪ੍ਰਤੀ ਕਿਲੋਗ੍ਰਾਮ ਘੱਟ ਕੀਮਤ ਤੇ ਚੀਜ਼ਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਸੋ ਬੱਚਿਓ, ਇਹ ਸੀ ਅੱਜ ਦੇ ਇਸ ਸੈਸ਼ਨ ਵਿੱਚ ਸਰਵਜਨਕ ਵਿਤਰਣ ਦੀ ਅਸੀਂ ਗੱਲ ਕੀਤੀ। ਹੁਣ ਬੱਚਿਓ, ਜਿਵੇਂ ਮੈਂ ਪਹਿਲਾਂ ਕਿਹਾ ਸੀ, ਹੁਣ ਮੈਂ ਇੱਕ ਛੋਟਾ ਜਿਹਾ ਅਭਿਆਸ ਤੁਹਾਡੇ ਲਈ ਲੈ ਕੇ ਆਇਆ ਹਾਂ, ਜਿਸ ਨਾਲ ਅਸੀਂ ਪਤਾ ਕਰਾਂਗੇ ਕਿ ਹੁਣ ਤੱਕ ਜੋ ਅਸੀਂ ਪੜ੍ਹਿਆ ਹੈ ਸਾਨੂੰ ਕਿੰਨਾ ਕੁ ਯਾਦ ਹੈ। ਸੋ ਬੱਚਿਓ, ਇਹ ਰਿਹਾ ਅੱਜ ਦਾ ਪਹਿਲਾ ਕੁਐਸਚਨ ਕਿ ਅਸੀਂ ਮੋਬਾਈਲ ਫੋਨ ਖਰੀਦਣ ਦਾ ਫੈਸਲਾ ਕਿਵੇਂ ਕਰਦੇ ਹਾਂ। ਸੋ ਬੱਚਿਓ, ਤੁਹਾਡੀਆਂ ਆਪਸ਼ਨਸ ਹਨ। ਅਸੀਂ ਕਿਸੇ ਦੋਸਤ ਵੱਲ ਦੇਖ ਕੇ ਲੈਂਦੇ ਹਾਂ। ਨੰਬਰ 2, ਦੁਕਾਨਦਾਰ ਨੂੰ ਜਾ ਕੇ ਕਹਿੰਦੇ ਆ ਤਾਂ ਸਲਾਹ ਦੇ ਦਿੰਦਾ ਤੇ ਫੇਰ ਲੈ ਲੈਂਦੇ ਆ। ਜਾਂ ਨੰਬਰ 3, ਟੀਵੀ ਆਦਿ ਸਾਧਨਾਂ ਤੋਂ ਵਿਗਿਆਪਨ ਦੇਖ ਕੇ ਅਸੀਂ ਮੋਬਾਈਲ ਫੋਨ ਖਰੀਦਣ ਦਾ ਫੈਸਲਾ ਕਰਦੇ ਹਾਂ। ਸੋ ਬੱਚਿਓ, ਇਸ ਦਾ ਠੀਕ ਆਨਸਰ ਹੈ ਅਸੀਂ ਟੀਵੀ ਆਦਿ ਤੋਂ ਵਿਗਿਆਪਨ ਦੇਖ ਕੇ ਹੀ ਮੋਬਾਈਲ ਫੋਨ ਜਾਂ ਵਸਤੂਆਂ ਨੂੰ ਖਰੀਦਦੇ ਹਾਂ। ਨੈਕਸਟ ਕੁਐਸਚਨ ਬੱਚਿਓ ਤੁਹਾਡੇ ਅੱਗੇ ਇਹ ਰਿਹਾ ਕਿ ਜਿਹੜੇ ਵਪਾਰੀ ਹੁੰਦੇ ਹਨ, ਵਪਾਰੀ ਉਪਭੋਗਤਾਵਾਂ ਦਾ ਸ਼ੋਸ਼ਣ ਕਿਹੜੇ-ਕਿਹੜੇ ਢੰਗਾਂ ਨਾਲ ਕਰਦੇ ਹਨ। ਸੋ ਸਾਡਾ ਸ਼ੋਸ਼ਣ ਉਹ ਕਿਵੇਂ ਕਰਦੇ ਹਨ। ਨੰਬਰ 1, ਗਲਤ ਅਤੇ ਗੁੰਮਰਾਹਪੂਰਨ ਵਿਗਿਆਪਨ ਦੇ ਕੇ ਉਹ ਗਲਤ ਮਸ਼ਹੂਰੀਆਂ ਦੇ ਦਿੰਦੇ ਹਨ, ਝੂਠੀਆਂ ਮਸ਼ਹੂਰੀਆਂ ਦੇ ਦਿੰਦੇ ਹਨ। ਨੰਬਰ 2, ਗਲਤ ਵਸਤੂ ਵੇਚ ਕੇ ਸਾਨੂੰ ਵਸਤੂ ਹੀ ਗਲਤ ਦੇ ਦਿੰਦੇ ਹਨ। ਨੰਬਰ 3, ਵਸਤੂ ਵੇਚਣ ਤੋਂ ਬਾਅਦ ਜਿਹੜੀ ਗਰੰਟੀ ਹੈ ਉਸ ਬਾਰੇ ਵੀ ਉਹ ਝੂਠ ਬੋਲਦੇ ਹਨ, ਸਾਨੂੰ ਉਹ ਚੀਜ਼ ਵੇਚਣ ਤੋਂ ਬਾਅਦ ਐਂਟਰਟੇਨ ਨਹੀਂ ਕਰਦੇ। ਜਾਂ ਚੌਥੀ ਆਪਸ਼ਨ ਹੈ ਉਪਰੋਕਤ ਸਾਰੇ। ਸੋ ਬੱਚਿਓ, ਇਸ ਦਾ ਠੀਕ ਆਨਸਰ ਹੈ ਉਪਰੋਕਤ ਸਾਰੇ, ਕਿਉਂਕਿ ਵਪਾਰੀ ਲੋਕ ਸਾਡੇ ਨਾਲ ਇਹ ਕੁਛ ਹੀ ਕਰਦੇ ਹਨ। ਨੈਕਸਟ ਕੁਐਸਚਨ ਹੈ ਬੱਚਿਓ, ਖਰੀਦਦਾਰਾਂ ਨੂੰ ਉਤਪਾਦਕਾਂ ਦੇ ਸ਼ੋਸ਼ਣ ਤੋਂ ਬਚਾਉਣ ਲਈ ਕਿਹੜਾ ਕਾਨੂੰਨ ਬਣਾਇਆ ਗਿਆ ਹੈ। ਕਿਹੜਾ ਕਾਨੂੰਨ ਹੈ ਬੱਚਿਓ। ਉਪਭੋਗਤਾ ਸੰਰਖਣ ਐਕਟ, ਜੋ ਕਿ 1987 ਦੇ ਵਿੱਚ ਪਾਸ ਕਰ ਦਿੱਤਾ ਗਿਆ ਸੀ। ਨੈਕਸਟ ਕੁਐਸਚਨ ਹੈ ਬੱਚਿਓ, ਭਾਰਤ ਵਿੱਚ ਉਪਭੋਗਤਾ ਹਫ਼ਤਾ ਕਦੋਂ ਮਨਾਇਆ ਜਾਂਦਾ ਹੈ। ਮੈਂ ਤੁਹਾਨੂੰ ਉਸ ਸਮੇਂ ਕਿਹਾ ਸੀ ਯਾਦ ਰੱਖਣਾ। ਸੋ ਇਸ ਦਾ ਠੀਕ ਆਨਸਰ ਹੈ ਹਰ ਸਾਲ 15 ਮਾਰਚ ਤੋਂ ਲੈ ਕੇ 21 ਮਾਰਚ ਤੱਕ ਇਹ ਹਫ਼ਤਾ ਮਨਾਇਆ ਜਾਂਦਾ ਹੈ। ਸੋ ਬੱਚਿਓ, ਸਮਾਂ ਹੁਣ ਮੈਨੂੰ ਅੱਗੇ ਵਧਣ ਦੀ ਇਜਾਜ਼ਤ ਨਹੀਂ ਦੇ ਰਿਹਾ। ਸੋ ਮੈਂ ਅੱਜ ਆਪਣੇ ਸੈਸ਼ਨ ਦੀ ਸਮਾਪਤੀ ਇੱਥੇ ਹੀ ਕਰਦਾ ਹੋਇਆ ਆਪ ਸਭ ਦਾ ਧੰਨਵਾਦ ਕਰਦਾ ਹਾਂ। ਥੈਂਕਸ ਬੱਚਿਓ। ਟੇਕ ਕੇਅਰ ਬੱਚਿਓ।